ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ਼੍ਰੀ ਸੁਖਮਨੀ ਸਾਹਿਬ ਦੀ 9ਵੀਂ ਅਸ਼ਟਪਦੀ ਦੀ ਤੀਜੀ ਪੌੜੀ ਤੋਂ ਵਿਆਖਿਆ ਸਰਵਣ ਕਰੋ। ਮਹਾਰਾਜ ਫਰਮਾਉਂਦੇ ਹਨ, ਭਗਵਤੀ ਭਗਵੰਤ ਭਗਤ ਕਾ ਰੰਗ। ਹੁਣ ਇਹ ਜਿਹੜਾ ਭਗਵਤੀ ਹੈ ਨਾ, ਇਹ ਵੀ ਇੱਕ ਪੰਥ ਹੁੰਦਾ, ਭਗਵਤੀ ਹੁੰਦੇ ਹੈ। ਤੇ ਮਹਾਰਾਜ ਸਤਿਗੁਰੂ ਨੇ ਅਸਲ ਦੇ ਵਿੱਚ ਭਗਵਤੀ ਦੀ ਪਰਿਭਾਸ਼ਾ ਇੱਥੇ ਦੱਸੀ ਹੈ। ਮਹਾਰਾਜ ਕਹਿੰਦੇ ਭਗਵਤੀ ਉਹ ਹੁੰਦਾ ਹੈ ਜਿਸ ਨੂੰ ਭਗਵੰਤ ਭਗਵਾਨ ਦੀ ਭਗਤੀ ਦਾ ਰੰਗ ਲੱਗਾ ਹੋਇਆ ਹੋਵੇ, ਜਿਹਨੂੰ ਭਗਤੀ ਦਾ ਰੰਗ ਚੜਿਆ ਹੋਵੇ, ਜਿਹੜਾ ਹਰ ਵਕਤ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦਾ, ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਬਸ ਹਰ ਵਕਤ ਪਰਮਾਤਮਾ ਦੇ ਸਿਮਰਨ ਦੇ ਵਿੱਚ ਜਿਹਦਾ ਚਿੱਤ ਜੁੜਿਆ ਰਹਿੰਦਾ। ਭਗਤੀ ਇਹੀ ਹੈ ਨਾ, ਪਰਮਾਤਮਾ ਦਾ ਸਿਮਰਨ ਕਰਨਾ, ਉਹਦੀ ਬੰਦਗੀ ਕਰਨੀ। ਕਹਿਣ ਲੱਗੇ ਉਹੀ ਭਗਵਤੀ ਹੈ ਜਿਹਨੂੰ ਭਗਵੰਤ ਭਗਵਾਨ ਦੀ ਭਗਤੀ ਦਾ ਰੰਗ ਲੱਗਾ ਹੋਇਆ। ਸਗਲ ਤਿਆਗੈ ਦੁਸ਼ਟ ਕਾ ਸੰਗ। ਤੇ ਜਿਹੜੇ ਸਾਰੇ ਦੁਸ਼ਟ ਨੇ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਦੁਸ਼ਟ ਨੇ, ਜਿਹੜਾ ਇਹਨਾਂ ਵਕਾਰਾਂ ਦਾ ਸੰਗ ਤਿਆਗ ਦਿੰਦਾ, ਕਾਮ ਦਾ ਸੰਗ ਤਿਆਗ ਦਿੰਦਾ। ਅੱਜ ਦੇ ਸਮੇਂ ਦੇ ਵਿੱਚ ਬੰਦੇ ਦੀ ਭਗਤੀ ਨੂੰ, ਜੇ ਕੋਈ ਬੰਦੇ ਦੇ ਜਪ ਤਪ ਨੂੰ ਜੇ ਕੋਈ ਚੀਜ਼ ਨਾਸ ਕਰ ਰਹੀ ਹੈ ਨਾ, ਉਹ ਕਾਮ ਨਾਸ ਕਰ ਰਹੀ। ਕਾਮ ਬੰਦੇ ਦਾ ਜਪ ਤਪ ਭਗਤੀ ਬੰਦਗੀ ਸਭ ਨਾਸ ਕਰ ਦਿੰਦਾ। ਕ੍ਰੋਧ, ਜਿਹਦੇ ਕਰਕੇ ਬੰਦੇ ਦੇ ਅੰਦਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ, ਖੂਨ ਉਬਾਲੇ ਮਾਰ ਲੱਗ ਜਾਂਦਾ ਹੈ, ਹਿਰਦਾ ਤਪ ਜਾਂਦਾ ਹੈ। ਲੋਭ, ਜਿਹੜਾ ਬੰਦੇ ਨੂੰ ਕੁੱਤਾ ਹੀ ਬਣਾ ਦਿੰਦਾ। ਸਾਰੀ ਦੁਨੀਆ ਦੇ ਪਦਾਰਥ ਪ੍ਰਾਪਤ ਕਰਨ ਤੋਂ ਮਗਰੋਂ ਵੀ ਇਹ ਰੱਜਦਾ ਨਹੀਂ ਹੈਗਾ। ਮੋਹ ਹੰਕਾਰ, ਇਹ ਜਿਹੜੇ ਪੰਜ ਵਕਾਰ ਨੇ ਨਾ, ਦੁਸ਼ਟ ਚਿੰਬੜੇ ਹੋਏ ਨੇ ਬੰਦੇ ਨੂੰ। ਤੇ ਜਿਹੜਾ ਇਹਨਾਂ ਦੁਸ਼ਟਾਂ ਦਾ ਸੰਗ ਤਿਆਗ ਦਿੰਦਾ, ਤੇ ਤਿਆਗ ਦਾ ਉਹੀ ਹੈ ਭਾਈ ਜਿਹਨੂੰ ਪਰਮਾਤਮਾ ਦੀ ਭਗਤੀ ਦਾ ਰੰਗ ਲੱਗਾ ਹੋਵੇ, ਜਿਹੜਾ ਭਗਤੀ ਵਿੱਚ ਜੁੜਿਆ ਰਹਿੰਦਾ ਹੋਵੇ। ਆਮ ਬੰਦੇ ਨੂੰ ਤਾਂ ਇਹ ਪੰਜ ਵਿਕਾਰ ਝੱਟ ਚਿੰਬੜ ਜਾਂਦੇ। ਮਨ ਤੇ ਬਿਨਸੈ ਸਗਲਾ ਭਰਮ, ਜਿਸ ਦੇ ਮਨ ਤੋਂ ਸਭ ਭਰਮ ਮਿਟ ਗਿਆ ਹੋਵੇ, ਨਾਸ ਹੋ ਗਿਆ ਹੋਵੇ। ਕਰ ਪੂਜੈ ਸਗਲ ਪਾਰ ਬ੍ਰਹਮ, ਤੇ ਸਾਰੇ ਸਗਲ ਕਰ ਪੂਜੈ ਸਗਲ ਪਾਰ ਬ੍ਰਹਮ, ਸਭ ਨੂੰ ਪਾਰ ਬ੍ਰਹਮ ਪਰਮਾਤਮਾ ਦਾ ਸਰੂਪ ਜਾਣ ਕੇ ਜਿਹੜਾ ਪੂਜਦਾ ਹੋਵੇ, ਮਤਲਬ ਸਾਰਿਆਂ ਵਿੱਚ ਜਿਹੜਾ ਪਰਮਾਤਮਾ ਦੀ ਜੋਤ ਦੇਖਦਾ ਹੋਵੇ, ਜਿਹਨੂੰ ਕੋਈ ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਨੇ ਆਈ, ਸਭ ਮਹਿ ਰਵ ਰਹਿਆ ਪ੍ਰਭ ਏਕੈ, ਪੇਖ ਪੇਖ ਨਾਨਕ ਬਿਗਸਾਈ। ਜਿਹੜਾ ਸਾਰਿਆਂ ਦੇ ਵਿੱਚ ਇੱਕ ਪਾਰ ਬ੍ਰਹਮ ਦੀ ਜੋਤ ਜਾਣ ਕੇ ਉਸ ਵਾਹਿਗੁਰੂ ਦੀ ਪੂਜਾ ਕਰਦਾ ਹੈ, ਪਰਮਾਤਮਾ ਦੀ ਭਗਤੀ ਕਰਦਾ ਹੈ। ਸਾਧ ਸੰਗ ਪਾਪਾਂ ਮਲ ਖੋਵੈ, ਤੇ ਸਾਧ ਸੰਗਤ ਕਰਦਾ, ਤੇ ਸਾਧ ਸੰਗਤ ਕਰਕੇ ਆਪਣੇ ਪਾਪਾਂ ਦੀ ਜਿਹੜੀ ਮੈਲ ਹੈ, ਜਿਹੜਾ ਉਸ ਨੂੰ ਮੇਟ ਲੈਂਦਾ। ਕਿਉਂਕਿ ਬੰਦੇ ਦੇ ਮਨ ਨੂੰ ਮੈਲ ਕਿਹੜੀ ਹੈ? ਇੱਕ ਆਪਾਂ ਬਚਨ ਪੜ੍ਹਦੇ ਆ ਨਾ, ਤਨ ਦੇ ਉੱਤੇ ਮੈਲ ਲੱਗੀ ਹੋਵੇ, ਬੰਦਾ ਪਾਣੀ ਦੇ ਨਾਲ ਸਾਬਣ ਦੇ ਨਾਲ ਲਾਹ ਲੈਂਦਾ, ਧੋ ਲੈਂਦਾ। ਜਿਵੇਂ ਆਪਾਂ ਪੜ੍ਹਦੇ ਆ ਨਾ ਜੀ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉੱਤਰ ਸੁਖੇ। ਸਰੀਰ ਦੇ ਉੱਤੇ ਮਿੱਟੀ ਘੱਟਾ ਲੱਗ ਜਾਵੇ, ਬੰਦਾ ਪਾਣੀ ਦੇ ਨਾਲ ਧੋ ਲੈਂਦਾ, ਉਸ ਮਿੱਟੀ ਘੱਟੇ ਨੂੰ ਲਾਹ ਲੈਂਦਾ, ਸਰੀਰ ਨੂੰ ਸਾਫ਼ ਕਰ ਲੈਂਦਾ। ਮੂਤ ਪਲੀਤੀ ਕੱਪੜ ਹੋਏ, ਜੇ ਕੋਈ ਕੱਪੜਾ ਬਹੁਤਾ ਪਲੀਤ ਹੋ ਜਾਵੇ, ਗੰਦਗੀ ਦੇ ਨਾਲ ਮੈਲਾ ਹੋ ਜਾਵੇ, ਦੇ ਸਾਬੂਣ ਲਈਏ ਉਹ ਧੋਏ, ਉਹਨੂੰ ਸਾਬਣ ਦੇ ਨਾਲ ਧੋ ਲਈਦਾ, ਸਾਬਣ ਦੇ ਨਾਲ ਉਹਨੂੰ ਸਾਫ਼ ਕਰ ਦਈਦਾ। ਪਰ ਜੇ ਬੰਦੇ ਦੀ ਮੱਤ ਮੈਲ ਦੇ ਨਾਲ, ਪਾਪਾਂ ਦੀ ਮੈਲ ਦੇ ਨਾਲ ਭਰ ਜਾਵੇ, ਬੰਦੇ ਦਾ ਹਿਰਦਾ ਮੈਲ ਦੇ ਨਾਲ ਭਰ ਜਾਵੇ, ਆ ਜਿਹੜੇ ਮਾੜੇ ਵਿਚਾਰ ਨੇ, ਮਾੜੇ ਫੁਰਨੇ ਨੇ, ਇਹ ਬੰਦੇ ਦੇ ਮਨ ਦੀ ਮੈਲ ਹੈ। ਮਹਾਰਾਜ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉਹ ਤਾਂ ਫਿਰ ਨਾਮ ਦਾ ਰੰਗ ਜਦੋਂ ਚੜ੍ਹਦਾ ਨਾ ਬੰਦੇ ਨੂੰ, ਉਹ ਤਾਂ ਨਾਮ ਦੇ ਨਾਲ ਹੀ ਧੁੱਪ ਸਕਦੀ। ਪਾਪਾਂ ਦੀ ਮੈਲ, ਗੰਦੇ ਵਿਚਾਰਾਂ ਦੀ ਮੈਲ ਅੰਦਰੋਂ ਤਾਂ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਧੁੱਪ ਸਕਦੀ ਹੈ। ਨਾਮ ਦੇ ਨਾਲ ਹੀ ਹਿਰਦਾ ਪਵਿੱਤਰ ਹੋ ਸਕਦਾ। ਉਹ ਕਹਿੰਦੇ ਨਾ ਕਬੀਰ ਜੀ, ਕਹੋ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਵਿਚਾਰਾ।
ਜਿਨ੍ਹਾਂ ਕਹਿੰਦੇ ਉਹ ਸੁੱਚੇ ਅੰਦਰੋਂ ਪਵਿੱਤਰ ਹੋ ਗਏ, ਜਿਨ੍ਹਾਂ ਦੀ ਸੋਚ ਪਵਿੱਤਰ ਹੋ ਗਈ, ਜਿਹੜੇ ਨਾਮ ਜਪ ਕੇ ਜਿਨ੍ਹਾਂ ਦੇ ਵਿਚਾਰ ਸਵੱਛ ਹੋ ਗਏ, ਜਿਨ੍ਹਾਂ ਦੇ ਵਿਚਾਰ ਨਿਰਮਲ ਹੋ ਗਏ। ਮਹਾਰਾਜ ਬਚਨ ਕਰਦੇ ਹਨ, ਸਾਧ ਸੰਗ ਪਾਪਾਂ ਮਲ ਖੋਵੈ। ਸਾਧ ਸੰਗਤ ਦੇ ਵਿੱਚ ਜਾ ਕਰਕੇ ਆਪਣੇ ਪਾਪਾਂ ਦੀ ਮੈਲ ਨੂੰ ਜਿਹੜਾ ਖੋ ਦਿੰਦਾ ਹੈ। ਤਿਸ ਭਗਉਤੀ ਕੀ ਮਤ ਉੱਤਮ ਹੋਵੇ। ਫਿਰ ਐਸੇ ਭਗਉਤੀ ਦੀ ਮਤ ਸਭ ਤੋਂ ਉੱਤਮ ਹੁੰਦੀ ਹੈ। ਉਹ ਭਗਉਤੀ ਹੈ, ਉਹਦੀ ਮਤ ਹੀ ਸਭ ਤੋਂ ਉੱਤਮ ਹੈ, ਉਹਦੀ ਮਤ ਹੀ ਸਭ ਤੋਂ ਸ੍ਰੇਸ਼ਟ ਹੈ। ਉਹਦੀ ਉਜਲ ਬੁੱਧ ਹੈ, ਨਿਰਮਲ ਬੁੱਧ ਹੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ। ਜਿਹੜਾ ਭਗਵਾਨ ਦੀ ਟਹਿਲ ਕਰਦਾ ਨਿਤਾ ਪ੍ਰਤੀ, ਬਸ ਪਰਮਾਤਮਾ ਨੂੰ ਪਰਮਾਤਮਾ ਦੀ ਟਹਿਲ ਕੀ ਹੈ, ਸਾਰਿਆਂ ਨੂੰ ਵਾਹਿਗੁਰੂ ਦਾ ਸਰੂਪ ਜਾਣ ਕੇ ਜਿਹੜਾ ਉਹਨਾਂ ਦੀ ਸੇਵਾ ਕਰਨੀ ਹੈ ਨਾ, ਸਾਰੀ ਲੁਕਾਈ ਦੀ ਸ੍ਰਿਸ਼ਟੀ ਦੀ, ਇਹ ਰੱਬ ਦੀ ਸੇਵਾ ਹੀ ਆ। ਰੱਬ ਦੀ ਸੇਵਾ ਕੋਈ ਵੱਖਰੀ ਥੋੜੀ ਹੁੰਦੀ। ਆ ਪਰਮਾਤਮਾ ਦੇ ਜੀਵ ਨੇ, ਇਹਨਾਂ ਦੇ ਅੰਦਰ ਪਰਮਾਤਮਾ ਵਸਦਾ, ਸਾਰਿਆਂ ਦੇ ਅੰਦਰ ਰੱਬ ਦੀ ਜੋਤ ਦੇਖ ਕੇ ਜਦੋਂ ਬੰਦਾ ਕਿਸੇ ਦੀ ਸੇਵਾ ਕਰਦਾ ਨਾ, ਉਹ ਰੱਬ ਦੀ ਸੇਵਾ ਹੀ ਹੈ। ਇਸ ਕਰਕੇ ਕਹਿਣ ਲੱਗੇ ਭਗਵੰਤ ਕੀ ਟਹਿਲ ਕਰੈ ਨਿਤ ਨੀਤ। ਜਿਹੜਾ ਭਗਵਾਨ ਦੀ ਨਿਤਾ ਪ੍ਰਤੀ ਟਹਿਲ ਕਰਦਾ, ਮਨ ਤਨ ਅਰਪੈ ਬਿਸਨ ਪ੍ਰੀਤ। ਪਰਮਾਤਮਾ ਦੇ ਪ੍ਰੇਮ ਦੇ ਵਿੱਚ ਆ ਕੇ ਆਪਣਾ ਮਨ ਤੇ ਤਨ ਸਭ ਮਹਾਰਾਜ ਦੇ ਚਰਨਾਂ ਦੇ ਵਿੱਚ ਨਿਸ਼ਾਵਰ ਕਰ ਦਿੰਦਾ, ਸਭ ਭੇਟ ਕਰ ਦਿੰਦਾ। ਇੰਨਾ ਪ੍ਰੇਮ ਹੈ ਹਿਰਦੇ ਵਿੱਚ, ਆਪਣਾ ਤਨ ਆਪਣਾ ਮਨ ਸਭ ਭੇਟਾ ਚੜਾ ਦਿੰਦਾ। ਹਰ ਕੇ ਚਰਨ ਹਿਰਦੈ ਬਸਾਵੈ। ਪਰਮਾਤਮਾ ਦੇ ਚਰਨ ਕਿਹੜੇ ਆ? ਉਹਦਾ ਨਾਮ। ਉਹਨਾਂ ਚਰਨਾਂ ਨੂੰ ਜਿਹੜਾ ਹਿਰਦੇ ਵਿੱਚ ਵਸਾ ਲੈਂਦਾ ਹੈ, ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ। ਐਸਾ ਭਗਉਤੀ ਹੈ ਨਾ ਜਿਹੜਾ, ਉਹ ਅਸਲੀ ਭਗਉਤੀ ਹੈ, ਤੇ ਉਹ ਭਗਵੰਤ ਭਗਵਾਨ ਨੂੰ ਪਰਮਾਤਮਾ ਨੂੰ ਪਾ ਲੈਂਦਾ, ਉਹਨੂੰ ਰੱਬ ਦੀ ਪ੍ਰਾਪਤੀ ਹੋ ਜਾਂਦੀ। ਅੱਗੇ ਮਹਾਰਾਜ ਪੰਡਤ ਦੇ ਗੁਣ ਦੱਸਦੇ। ਪੰਡਤ ਕੌਣ ਹੁੰਦਾ? ਆਪਾਂ ਤਾਂ ਇਹੀ ਸੋਚਦੇ ਹਾਂ ਨਾ, ਪੰਡਤ ਜਿਹਦੀ ਬੋਦੀ ਹੁੰਦੀ ਹੈ, ਜਿਹਨੇ ਧੋਤੀ ਬੰਨੀ ਹੁੰਦੀ ਹੈ, ਜਿਹਦੇ ਗਲ 'ਚ ਜਨੇਊ ਪਾਇਆ ਹੁੰਦਾ, ਆਪਾਂ ਤਾਂ ਉਹ ਪੰਡਤ ਸਮਝਦੇ ਹਾਂ ਨਾ। ਪਰ ਮਹਾਰਾਜ ਕਹਿਣਗੇ ਅਸਲੀ ਪੰਡਤ ਕੌਣ ਹੈ? ਬੰਦੇ ਦੇ ਬਾਹਰਲੀ ਲੁੱਕ ਨੂੰ ਦੇਖ ਕੇ ਆਪਾਂ ਕਹਿੰਦੇ ਨੇ ਤਾਂ ਪੰਡਤ ਹੈ ਬਈ, ਕੋਈ ਇਹਦੇ ਮੱਥੇ ਤੇ ਟਿੱਕਾ ਲੱਗਾ ਹੋਇਆ। ਤੇ ਪੰਡਤ ਕੌਣ ਹੈ? ਵੈਸੇ ਤਾਂ ਪੰਡਤ ਵਿਦਵਾਨ ਨੂੰ ਵੀ ਆਖ ਦਿੰਦੇ ਆ। ਮਹਾਰਾਜ ਕਹਿੰਦੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਪੰਡਤ ਕੀ ਕਰਦਾ? ਉਪਦੇਸ਼ ਦਿੰਦੇ ਸੀ ਨਾ ਲੋਕਾਂ ਨੂੰ, ਕਥਾ ਵਾਰਤਾ ਸੁਣਾਉਂਦੇ ਹੁੰਦੇ ਸੀ। ਕਹਿੰਦੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਕਹਿੰਦੇ ਪਹਿਲਾਂ ਤਾਂ ਭਾਈ ਪੰਡਤ, ਅਸਲੀ ਪੰਡਤ ਉਹ ਹੈ ਜਿਹੜਾ ਪਰ ਵਿਸ਼ੇਸ਼ ਕਰਕੇ ਆਪਣੇ ਮਨ ਨੂੰ ਸਿੱਖਿਆ ਦਿੰਦਾ, ਜਿਹੜਾ ਆਪਣੇ ਮਨ ਨੂੰ ਬੋਧ ਗਿਆਨ ਬਖਸ਼ਦਾ। ਮਤਲਬ ਇਹ ਨਹੀਂ ਵੀ ਉਹ ਲੋਕਾਂ ਨੂੰ ਸਮਝਾ ਰਿਹਾ। ਉਹ ਜਿਵੇਂ ਇੱਕ ਬੜੀ ਸੋਹਣੀ ਗੱਲ ਸੁਣਾਉਂਦੇ ਹੁੰਦੇ, ਇੱਕ ਪੰਡਤ ਕਥਾ ਕਰਦਾ ਹੁੰਦਾ ਸੀ। ਇੱਕ ਗੁਜਰੀ ਸੀ, ਉਹ ਹਰ ਰੋਜ਼ ਦੁੱਧ ਦੀ ਗੜਵੀ ਲੈ ਕੇ ਆਉਂਦੀ, ਉਸ ਨੂੰ ਪੰਡਤ ਨੂੰ ਉਹ ਸੇਵਾ ਕਰਨੀ, ਉਹਨੇ ਜਲ ਪਾਣੀ ਛਕਾ ਕੇ ਚਲੇ ਜਾਣਾ ਘਰ ਨੂੰ। ਉਹਦਾ ਘਰ ਸੀ ਜਿਹੜਾ ਗੁਜਰੀ ਦਾ, ਉਹਦਾ ਘਰ ਨਦੀ ਤੋਂ ਪਾਰ ਪੈਂਦਾ ਸੀ। ਉਹ ਹਰ ਰੋਜ਼ ਨਦੀ ਤੋਂ ਉਰਲੇ ਬੰਨੇ ਆਉਂਦੀ ਹੁੰਦੀ ਸੀ ਕਿਸ਼ਤੀ ਦੇ ਉੱਤੇ ਬੈਠ ਕੇ, ਤੇ ਹਰ ਰੋਜ਼ ਕਥਾ ਸੁਣ ਕੇ ਜਾਣੀ ਉਹਨੇ, ਤੇ ਨਾਲੇ ਪੰਡਤ ਜੀ ਨੂੰ ਜਲ ਪਾਣੀ ਛਕਾ ਜਾਣਾ। ਇੱਕ ਦਿਨ ਕਥਾ ਚੱਲ ਰਹੀ, ਕਥਾ ਦੇ ਵਿੱਚ ਬਚਨ ਆਇਆ, ਕਹਿੰਦੇ ਰਾਮ ਦਾ ਨਾਮ ਜਪਣ ਦੇ ਨਾਲ ਬੰਦਾ ਭੌਜਲ ਤੋਂ ਪਾਰ ਹੋ ਜਾਂਦਾ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ। ਚਲੋ ਜੀ, ਇਹਨੇ ਸੁਣਿਆ, ਇਹਦਾ ਹਿਰਦਾ ਸਰਲ ਸੀ, ਇਹਦੇ ਅੰਦਰ ਕੋਈ ਛਲ ਕਪਟ ਨਹੀਂ ਸੀ, ਅੰਦਰੋਂ ਭੋਲੀ ਸੀ। ਇਹਨੇ ਜਦੋਂ ਸੁਣਿਆ ਤੇ ਚਲੋ ਕਥਾ ਸੁਣ ਕੇ ਜਲ ਪਾਣੀ ਛਕਾ ਕੇ ਜਦੋਂ ਘਰ ਨੂੰ ਜਾਣ ਲੱਗੀ, ਹੁਣ ਕੀ ਹੋਇਆ, ਥੋੜਾ ਜਿਹਾ ਸਮਾਂ ਹੋ ਗਿਆ, ਕਿਸ਼ਤੀ ਆਈ ਨਾ। ਇਹ ਉੱਥੇ ਕਿਨਾਰੇ ਤੇ ਖੜੀ ਸੀ, ਕਿਸ਼ਤੀ ਨਾ ਆਈ, ਕਿਉਂਕਿ ਹੁਣ ਕਿਸ਼ਤੀ ਦੇ ਵਿੱਚ ਬੈਠ ਕੇ ਨੇ ਦੂਜੇ ਕਿਨਾਰੇ ਤੇ ਪਹੁੰਚਣਾ ਸੀ, ਆਪਣੇ ਘਰ ਜਾਣਾ ਸੀ। ਜਦੋਂ ਉੱਥੇ ਖੜੀ ਰਹੀ, ਕਿਸ਼ਤੀ ਨਾ ਆਈ, ਇਹਦੇ ਮਨ ਦੇ ਵਿੱਚ ਇੱਕੋ ਦਮ ਖਿਆਲ ਆਇਆ। ਕਹਿੰਦੀ ਵੀ ਅੱਜ ਪੰਡਤ ਜੀ ਕਥਾ 'ਚ ਸੁਣਾਉਂਦੇ ਸੀ ਵੀ ਰਾਮ ਦਾ ਨਾਮ ਲੈਣ ਦੇ ਨਾਲ ਬੰਦਾ ਭੌਜਲ ਤੋਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ, ਇਹ ਤਾਂ ਫਿਰ ਛੋਟੀ ਜੀ ਨਦੀ ਹੈ। ਕਹਿਣ ਲੱਗੇ ਉਹਦੇ ਅੰਦਰ ਸ਼ਰਧਾ ਸੀ, ਵਿਸ਼ਵਾਸ ਸੀ। ਉਹਨੇ ਕੀ ਕੀਤਾ ਜੀ, ਰਾਮ ਰਾਮ ਕਰਨਾ ਸ਼ੁਰੂ ਕਰ ਦਿੱਤਾ। ਰਾਮ ਰਾਮ ਕਰਦੀ ਹੋਈ ਨਾ ਜੀ ਨਦੀ ਦੇ ਵਿੱਚ ਤੁਰ ਪਈ। ਉਹ ਨਦੀ ਤੇ ਇਉਂ ਤੁਰੀ ਜਾਂਦੀ ਹੈ ਜਿਵੇਂ ਧਰਤੀ ਤੇ ਤੁਰੀ ਜਾਂਦੀ ਹੁੰਦੀ।
ਮਤਲਬ ਰਾਮ ਦਾ ਨਾਮ ਜਪਦੇ ਆ, ਕਿਉਂਕਿ ਅੰਦਰ ਸ਼ਰਧਾ ਸੀ, ਭਾਵਨਾ ਸੀ। ਉਹ ਰਾਮ ਰਾਮ ਕਰਦੀ ਹੋਈ ਨਦੀ ਤੋਂ ਪਾਰ ਹੋ ਗਈ। ਉਹਨੇ ਸੋਚਿਆ ਵੀ ਮੈਂ ਹਰ ਰੋਜ਼ ਕਿਸ਼ਤੀ ਦੇ ਉੱਤੇ ਬੈਠ ਕੇ ਆਉਣੀ ਆ, ਕਿਰਾਇਆ ਦਿੰਨੀ ਆ, ਮੈਨੂੰ ਕਿਰਾਇਆ ਦੇਣ ਦੀ ਕੀ ਲੋੜ ਹੈ, ਮੈਂ ਤਾਂ ਰਾਮ ਰਾਮ ਕਰਦੀ ਹੋਈ ਨਦੀ ਤੋਂ ਤੁਰ ਕੇ ਆ ਜਾ ਕਰਨਾ ਤੇ ਵਾਪਸ ਚਲਿਆ ਜਾ ਕਰਨਾ। ਉਹਨੇ ਹਰ ਰੋਜ਼ ਇਦਾਂ ਹੀ ਕਰਨਾ, ਉਹਦੇ ਅੰਦਰ ਸ਼ਰਧਾ ਸੀ। ਇੱਕ ਦਿਨ ਉਹਨੇ ਕਿਹਾ, ਪੰਡਤ ਜੀ ਵੀ ਕਿਰਪਾ ਕਰੋ, ਮੇਰੇ ਘਰ ਦੇ ਵਿੱਚ ਚਰਨ ਪਾਓ, ਮੈਂ ਤੁਹਾਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਚਾਹੁੰਦੀ। ਉਹ ਪੰਡਤ ਜੀ ਕਹਿਣ ਲੱਗੇ, ਕਹਿੰਦਾ ਠੀਕ ਆ, ਕੋਈ ਗੱਲ ਨਹੀਂ, ਆਪਾਂ ਚੱਲ ਵੜਦੇ ਹਾਂ। ਤੇ ਜਦੋਂ ਨਦੀ ਦੇ ਕਿਨਾਰੇ ਤੇ ਆ ਗਏ ਨਾ, ਉਸ ਵਕਤ ਬੀਬੀ ਕਹਿੰਦੀ ਚਲੋ ਜੀ ਮਹਾਰਾਜ ਚਲੋ ਚੱਲੀਏ। ਉਹ ਕਹਿੰਦਾ ਬੀਬੀ ਹਜੇ ਕਿਸ਼ਤੀ ਤਾਂ ਹੈ ਨਹੀਂ ਗੀ, ਵੀ ਕਿਸ਼ਤੀ ਆ ਲੈਣ ਤੇ ਫਿਰ ਚੱਲਦੇ। ਉਹ ਕਹਿੰਦੀ ਕਿਸ਼ਤੀ ਦੀ ਕੀ ਲੋੜ ਹੈ? ਕਹਿੰਦੀ ਮੈਂ ਹਰ ਰੋਜ਼ ਇਦਾਂ ਹੀ ਆਉਣੀ ਆ। ਉਹ ਕਹਿੰਦਾ ਕਿੱਦਾਂ? ਉਹ ਕਹਿਣ ਲੱਗੀ ਇੱਕ ਦਿਨ ਮੈਂ ਤੁਹਾਡੇ ਤੋਂ ਕਥਾ 'ਚ ਸੁਣਿਆ ਸੀ ਵੀ ਰਾਮ ਦਾ ਨਾਮ ਜਪਣ ਦੇ ਨਾਲ ਬੰਦਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ, ਤੇ ਮੈਂ ਵੀ ਹਰ ਰੋਜ਼ ਰਾਮ ਰਾਮ, ਇਹ ਤਾਂ ਫਿਰ ਛੋਟੀ ਜੀ ਨਦੀ ਹੈ, ਮੈਂ ਹਰ ਰੋਜ਼ ਉਦਣ ਤੋਂ ਮੈਂ ਤੁਹਾਡੀ ਸਿੱਖਿਆ ਪੱਲੇ ਬੰਨ ਲਈ ਹੈ, ਮੈਂ ਹੁਣ ਰਾਮ ਰਾਮ ਕਰਕੇ ਇਸ ਨਦੀ ਤੋਂ ਤੁਰ ਕੇ ਲੰਘ ਜਾਂਦੀ ਹੈ ਤੇ ਵਾਪਸ ਆ ਜਾਂਦੀ। ਉਹ ਕਹਿੰਦਾ ਅੱਛਾ। ਉਹ ਕਹਿੰਦੀ ਆਹ ਦੇਖੋ, ਬਸ ਤੁਸੀਂ ਮੇਰੇ ਪਿੱਛੇ ਪਿੱਛੇ ਆਉਂਦੇ ਜਾਇਓ। ਉਹ ਰਾਮ ਰਾਮ ਕਰਦੀ ਹੋਈ ਜਦੋਂ ਨਦੀ ਤੇ ਤੁਰ ਕੇ ਜਦੋਂ ਚੱਲਣ ਲੱਗੀ ਨਾ, ਉਹ ਤਾਂ ਨਦੀ ਤੇ ਇਉਂ ਤੁਰੀ ਜਾਂਦੀ ਜਿਵੇਂ ਪਾਣੀ 'ਚ। ਉਹ ਪੰਡਤ ਨੇ ਵੀ ਉਸ ਵਕਤ ਮਾੜਾ ਜਿਹਾ ਮਨ ਜਿਹਾ ਬਣਾਇਆ, ਚਲੋ ਮੈਂ ਵੀ ਦੇਖਦਾ ਰਾਮ ਰਾਮ ਕਹਿ ਕੇ। ਉਹਦੇ ਅੰਦਰ ਨਿਸ਼ਚਾ ਨਹੀਂ, ਵਿਸ਼ਵਾਸ ਨਹੀਂ। ਉਹ ਜਦੋਂ ਵੜਨ ਲੱਗਾ ਨਾ ਨਦੀ 'ਚ ਰਾਮ ਰਾਮ ਕਰਦਾ, ਉਹਦੇ ਮਨ 'ਚ ਵਿਸ਼ਵਾਸ ਨਹੀਂ ਸੀ, ਕਪਟ ਸੀ। ਉਹ ਤੇ ਹੌਲੀ ਹੌਲੀ ਜੀ ਨਦੀ ਦੇ ਵਿੱਚ ਡੁੱਬਦਾ ਜਾਵੇ। ਉਹ ਹੌਲੀ ਹੌਲੀ ਗਿੱਟਿਆਂ ਤੋਂ ਗੋਡਿਆਂ ਤੱਕ ਪਾਣੀ ਆ ਗਿਆ, ਲੱਕ ਤੱਕ ਆ ਗਿਆ। ਉਹ ਵਾਪਸ ਮੁੜ ਆਇਆ। ਉਹ ਕਹਿੰਦੀ ਪੰਡਤ ਜੀ ਕੀ ਗੱਲ ਹੋ ਗਈ? ਉਹ ਕਹਿੰਦਾ ਬੀਬੀ ਤੇਰੇ ਅੰਦਰ ਸ਼ਰਧਾ, ਤੇਰੇ ਅੰਦਰ ਭਰੋਸਾ ਪਰਮਾਤਮਾ ਦੇ ਨਾਮ ਦੇ, ਪਰ ਤੂੰ ਤਾਂ ਪਾਰ ਹੋ ਜਾਨੀ ਹੈ। ਮੇਰੇ ਅੰਦਰ ਵਿਸ਼ਵਾਸ ਨਹੀਂ, ਮੈਂ ਸਿਰਫ ਲੋਕਾਂ ਨੂੰ ਸੁਣਾ ਸਕਦਾ, ਲੋਕਾਂ ਨੂੰ ਸੁਣਾ ਸੁਣਾ ਕੇ ਕਹਿਣ ਲੱਗਾ ਕਮਾਈ ਕਰ ਲੈਣਾ, ਪਰ ਮੇਰੇ ਅੰਦਰ ਵਿਸ਼ਵਾਸ ਨਹੀਂ, ਨਿਸ਼ਚਾ ਨਹੀਂ। ਇਸੇ ਕਰਕੇ ਹੁਣ ਇੱਥੇ ਵੀ ਸਤਿਗੁਰੂ ਜੀ ਇਹੀ ਬਚਨ ਕਰਦੇ, ਕਹਿੰਦੇ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਕਹਿੰਦੇ ਪੰਡਿਤ ਅਸਲੀ ਉਹ ਹੈ ਜਿਹੜਾ ਆਪਣੇ ਮਨ ਨੂੰ ਵਿਸ਼ੇਸ਼ ਕਰਕੇ ਬੋਧਦਾ, ਆਪਣੇ ਮਨ ਨੂੰ ਪਹਿਲਾਂ ਸਮਝਾ ਲੈਂਦਾ, ਆਪਣੇ ਮਨ ਨੂੰ ਗਿਆਨ ਦਿੰਦਾ। ਰਾਮ ਨਾਮ ਆਤਮ ਮਹਿ ਸੁਧ ਹੈ, ਤੇ ਆਪਣੇ ਆਤਮ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਿਚਾਰਦਾ, ਸੁਧ ਹੈ, ਵਿਚਾਰਦਾ ਹੈ। ਤੇ ਨਾਮ ਦੇ ਨਾਲ ਆਪਣੇ ਮਨ ਹਿਰਦੇ ਦੇ ਵਿੱਚ ਰਾਮ ਦੇ ਸਰੂਪ ਨੂੰ ਜਿਹੜਾ ਵਿਚਾਰਦਾ ਹੈ, ਉਸ ਦੇ ਨਾਮ ਨੂੰ ਵਿਚਾਰ ਕੇ ਆਪਣੇ ਸਵੈ ਸਰੂਪ ਦੀ ਵਿਚਾਰ ਜਿਹੜਾ ਧਾਰਨ ਕਰਦਾ ਹੈ। ਰਾਮ ਨਾਮ ਸਾਰ ਰਸ ਪੀਵੈ, ਜਿਹੜਾ ਰਾਮ ਦੇ ਨਾਮ ਦਾ ਰਸ ਹੈ ਨਾ, ਸਭ ਤੋਂ ਸ੍ਰੇਸ਼ਟ ਰਸ ਹੈ। ਬਾਕੀ ਤਾਂ ਦੁਨਿਆਵੀ ਰਸ ਜਿਹੜੇ ਫਿੱਕੇ ਰਸ ਨੇ, ਆਨ ਰਸਾਖਿਨ ਮਹਿ ਲਹਿ ਜਾਤੇ, ਹਰ ਰਸ ਪੀਵਤ ਅਲਮਸਤ ਮਤਵਾਤੇ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਬਾਕੀ ਰਸ ਤਾਂ ਝੱਟ ਨਾਸ ਹੋ ਜਾਂਦੇ, ਲੈ ਜਾਂਦੇ। ਪਰ ਰੱਬ ਦੇ ਨਾਮ ਦਾ ਰਸ ਹੈ ਜਿਹੜਾ, ਉਹ ਅਸਲੀ ਰਸ ਹੈ ਜਿਹੜਾ ਕਦੇ ਰਾਮ ਰੰਗ ਕਦੇ ਉਤਰ ਨਾ ਜਾਏ। ਉਹ ਰਸ ਐਸਾ ਰਸ ਹੈ ਜਿਹੜਾ ਕਦੇ ਫਿੱਕਾ ਨਹੀਂ ਹੁੰਦਾ, ਜਿਹਦੇ ਵਿੱਚ ਆਨੰਦ ਹੀ ਆਨੰਦ ਹੈ। ਕਹਿੰਦੇ ਰਾਮ ਨਾਮ ਸਾਰ ਰਸ ਪੀਵੈ, ਜਿਹੜਾ ਰਾਮ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦਾ ਹੈ। ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਉਸ ਪੰਡਤ ਦੇ ਉਪਦੇਸ਼ ਨੂੰ ਧਾਰਨ ਕਰਕੇ ਸਾਰਾ ਜਗਤ ਸਵੈ ਸਰੂਪ ਦੇ ਵਿੱਚ ਜਾਗ ਜਾਂਦਾ ਹੈ। ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਉਸ ਪੰਡਤ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ ਜਗਤ ਜੀਵਿਤ ਹੋ ਜਾਂਦਾ ਹੈ, ਮਤਲਬ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦਾ ਹੈ। ਕਿਉਂਕਿ ਰੱਬ ਦਾ ਨਾਮ ਭੁਲਾਉਣਾ ਮੌਤ ਹੈ ਨਾ, ਮਰਨ ਬਰਾਬਰ ਹੀ ਹੈ ਨਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਰੱਬ ਦੇ ਨਾਮ ਨੂੰ ਵਿਸਾਰਨਾ ਮੌਤ ਹੈ। ਜਿਉਣਾ ਕੀ ਰੱਬ ਦਾ ਨਾਮ ਜਪਣਾ। ਕਹਿੰਦੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ, ਉਸ ਪੰਡਤ ਦੇ ਉਪਦੇਸ਼ ਨੂੰ ਪ੍ਰਾਪਤ ਕਰਕੇ ਜਗਤ ਪਰਮਾਤਮਾ ਦੇ ਨਾਮ ਦੇ ਵਿੱਚ ਜੀਵਿਤ ਹੋ ਜਾਂਦਾ, ਆਤਮਿਕ ਮੌਤ ਵੱਲੋਂ ਰਹਿਤ ਹੋ ਜਾਂਦਾ। ਅੱਗੇ ਮਹਾਰਾਜ ਕਹਿਣ ਲੱਗੇ, ਹਰ ਕੀ ਕਥਾ ਹਿਰਦੈ ਵਸਾਵੈ, ਹਰੀ ਦੇ ਨਾਮ ਦੀ ਕਥਾ ਜਿਹੜਾ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਸੋ ਪੰਡਿਤ ਫਿਰ ਜੋਨ ਨਾ ਆਵੇ। ਉਹ ਪੰਡਿਤ ਫਿਰ ਮੁੜ ਕੇ ਜੂਨਾਂ ਵਿੱਚ ਨਹੀਂ ਆਉਂਦਾ, ਜੰਮਦਾ ਮਰਦਾ ਨਹੀਂ। ਵੇਦ ਪੁਰਾਨ ਸਿਮਰਿਤ ਬੂਝੈ ਮੂਲ, ਵੇਦ ਪੁਰਾਣ ਜਿਹੜੇ 4 ਵੇਦ ਹੈ, ਫਿਰ ਉਹ ਤੋਂ ਬਾਅਦ ਫਿਰ 18 ਪੁਰਾਣ ਨੇ, 27 ਸਿਮਰਤੀਆਂ ਹਨ,
ਇਹਨਾਂ ਦਾ ਸਭ ਮੂਲ ਰੂਪ ਕੀ ਹੈ? ਵਾਹਿਗੁਰੂ। ਜਿਹੜਾ ਉਸ ਮੂਲ ਰੂਪ ਵਾਹਿਗੁਰੂ ਨੂੰ ਜਾਣ ਲੈਂਦਾ। ਸੂਖਮ ਮਹਿ ਜਾਣੈ ਅਸਥੂਲ। ਸੂਖਮ ਕੀ ਹੈ? ਪਰਮਾਤਮਾ ਦਾ ਨਿਰਗੁਣ ਸਰੂਪ। ਉਸ ਨਿਰਗੁਣ ਸਰੂਪ ਦੇ ਵਿੱਚ ਸਾਰੀ ਅਸਥੂਲ ਸ੍ਰਿਸ਼ਟੀ ਨੂੰ ਜਿਹੜਾ ਦੇਖਦਾ, ਨਿਰਗੁਣ ਦੇ ਵਿੱਚ ਹੀ ਸਰਗੁਣ ਵਸਦਾ ਨਾ। ਚੌਹ ਵਰਨਾ ਕੋ ਦੇ ਉਪਦੇਸ਼। ਤੇ ਫਿਰ ਇਸ ਤਰ੍ਹਾਂ ਕਮਾਈ ਕਰਨ ਤੋਂ ਬਾਅਦ ਜਿਹੜਾ ਚੌਹਾਂ ਵਰਨਾਂ ਨੂੰ, ਚਾਰੇ ਵਰਨਾਂ ਨੂੰ ਉਪਦੇਸ਼ ਦੀ ਦਾਤ ਦਿੰਦਾ ਹੈ। ਖੱਤਰੀਆਂ ਨੂੰ, ਬ੍ਰਾਹਮਣਾਂ, ਸ਼ੂਦਰਾਂ, ਵੈਸ਼ਾਂ ਨੂੰ, ਸਾਰਿਆਂ ਨੂੰ ਉਪਦੇਸ਼ ਦਿੰਦਾ ਹੈ। ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਮਹਾਰਾਜ ਕਹਿੰਦੇ ਉਸ ਪੰਡਿਤ ਨੂੰ ਸਾਡੀ ਸਦਾ ਨਮਸਕਾਰ ਹੈ। ਇਹ ਦੋ ਪੌੜੀਆਂ ਤੁਸੀਂ ਸੁਣੀਆਂ ਨੇ, ਭਗਉਤੀ ਦੇ ਗੁਣ ਦੱਸੇ ਹੈ ਤੇ ਪੰਡਿਤ ਦੇ ਗੁਣ ਦੱਸੇ। ਬਾਕੀ ਕੱਲ੍ਹ ਨੂੰ ਸੁਣਾਂਗੇ। ਹੋਈਆਂ ਬੇਅੰਤ ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।